ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਸ਼ਬਦੀ ਬਹੁ ਰੂਪ ਅਵਧੂਤਾ, ਕਾਪੜੀ ਕਉਤੇ ਜਾਗੂਤਾ। ਇੱਕ ਤੀਰਥ ਨਾਤਾ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ शाहे शहनशाह दो जहान के बाली हलत पलत के रक्षक आप नरैन सतगुरु श्री गुरु अर्जन देव महाराज जी के उचारण किए हुए बचन, जिन्हां विच सिखां ने बेनती की, पातशाह परमेश्वर नूं पाउण दा किहड़ा रस्ता है। धन धन श्री गुरु अर्जन देव महाराज जी फिर मालक नूं मिलन दा मार्ग दसदे है, ते नाल ही जो दुनिया विच रस्ते चल रहे हन उन्हां दी विचार भी करदे है। तां सतगुरु पातशाह जी बख्शे करदे हन, जानो नाही भावै कवन बाता। समझ नहीं आउंदी, जानदा नहीं कि उस मालक तो, उस परमेश्वर तो जिहड़ा है किवें खुशी लई जावे, किवें उहदे दर ते प्रवान होया जावे। जानो नाही भावै कवन बाता। पता नहीं वो किवें खुश हुंदा है, ते सारी दुनिया परमेश्वर नूं खुश करन ते लगी हुई है। कोई तीर्थां ते इशनान करके, कोई मंदिरां विच आरती करके, कोई कीर्तन करके, कोई किवें कोई किवें, कोई अवधूत रह करके, कोई जंगलों में बैठ करके, कोई पुट्ठा सीधा लमक के रब नूं खुश करन दे सारे ब्योंत बंदियां बनाईयां, पर यह नहीं पता रब खुश किवें हुंदा। जानो नाही भावै कवन बाता, मन खोज मार्ग। और धन धन श्री गुरु अर्जन देव महाराज जी फिर सानू की समझाउणा चाहुंदे ने। पिछले कई ढंग पिछले शब्द विच दसने कीते, लगभग 4 पदे आपां सरवण कीते। अगला 5वां पदा पातशाह जी कह रहे हैं, एक वो लोक भी है, एक शब्दी। एक शब्दी भाव इक्को शब्द नूं कहण वाले, जिमें अलख निरंजन अलख हो, इस शब्द जोगी उचारते हैं अते अलख कह के किसी दे बार चो जाके भिक्षा मंगते हैं। उन्हां दा ख्याल है कि शायद अलख कहण दे नाल ही असी परमेश्वर दे दर ते प्रवान हो जावांगे। इस तरह ही एक शब्दी शब्द भाव शब्द की कथा करने वाले, व्याकरण जानने वाले, कई बारी व्याकरण जानने वालियां दे विच आपस में लड़ाइयां भी हो जांदियां। चर्चा करदियां वो कहना मैं सही हाँ, वो कहना मैं सही हाँ। एक शब्दी एक शब्द नूं लैके उस दी व्याख्या करन वाले, व्याकरण नूं जानन वाले, कुछ जानन वाले कुछ ना जानन वाले,
ਵਿਆਕਰਨ ਕਰਕੇ ਚਰਚਾ ਕਰਦੇ ਆ, ਜਦਾਈਆਂ ਹੋ ਜਾਂਦੀਆਂ। ਜਿਸ ਤਰ੍ਹਾਂ ਇੱਕ ਬ੍ਰਾਹਮਣ ਜਿਸ ਨੇ ਆਪਣਾ ਨਾਮ ਜਗਤਜੀਤ ਰੱਖਿਆ ਹੋਇਆ ਸੀ, ਉਹ ਬ੍ਰਾਹਮਣਾਂ ਦੇ ਨਾਲ ਜਾ ਕੇ ਚਰਚਾ ਕਰਦਾ ਸੀ। ਉਹਨੇ ਮਾਨੋ ਇੱਕ ਤਹਈਆ ਕੀਤਾ ਸੀ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ, ਔਰ ਉਹ ਆਪਣੀ ਚਲਾਕੀ ਦੇ ਨਾਲ ਚਰਚਾ ਕਰਦਾ ਹੋਇਆ ਅਨੇਕਾਂ ਬ੍ਰਾਹਮਣਾਂ ਨੂੰ ਹਰਾ ਦਿੰਦਾ ਤੇ ਉਹਨਾਂ ਦੇ ਗ੍ਰੰਥ ਲੈ ਜਾਂਦਾ ਖੋਹ ਕੇ। ਉੱਠ ਲੱਦੀ ਫਿਰਦਾ ਸੀਗਾ ਤੇ ਉਸ ਦਾ ਮਿਲਾਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਹੋਇਆ। ਜਦ ਵਿਚਾਰ ਚਰਚਾ ਹੋਈ ਉੱਥੇ, ਫਿਰ ਉਹ ਬ੍ਰਾਹਮਣ ਹਾਰ ਗਿਆ। ਸ਼ਬਦ ਸ਼ਾਇਦ ਪਾਤਸ਼ਾਹ ਜੀ ਨੇ ਉੱਥੇ ਹੀ ਉਚਾਰਿਆ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਹਰ ਕਾ ਨਾਮ ਨ ਜਪਿ ਸਗਵਾਰਾ, ਕਿਆ ਸੋਚੇ ਬਾਰੰਬਾਰਾ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਮਾਲਕ ਨੂੰ ਪਾਉਣ ਦੇ ਲਈ ਸਹਿਜ ਅਵਸਥਾ ਦੀ, ਪ੍ਰੇਮ ਦੀ ਲੋੜ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਬ੍ਰਾਹਮਣ ਨੂੰ ਕਹਿਣ ਲੱਗੇ, ਇਸ ਤਰ੍ਹਾਂ ਰੱਬ ਨਹੀਂ ਪਾਇਆ ਜਾਂਦਾ ਚਰਚਾ ਕਰਕੇ, ਇੱਕ ਦੂਜੇ ਨੂੰ ਹਰਾ ਕੇ। ਪੜ ਪੜ ਗੱਡੇ ਲੱਦੀਐ, ਪੜ ਪੜ ਭਰੀਐ ਸਾਥ। ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਪੜ੍ਹੀਐ ਜੇਤੇ ਬਰਸ ਵਰਸ, ਪੜ੍ਹੀਐ ਜੇਤੇ ਮਾਸ। ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹੋਰ, ਹਉਮੈ ਝਖਣਾ ਝਾਕ। ਜੇ ਅਸੀਂ ਇਸ ਇੱਕ ਗੱਲ ਨੂੰ ਨਹੀਂ ਸਮਝਿਆ ਤੇ ਬਾਕੀ ਸਭ ਹੰਕਾਰ ਦੀਆਂ ਗੱਲਾਂ ਹਨ। ਹੰਕਾਰ ਦੀਆਂ ਬਾਤਾਂ। ਇਸ ਤਰ੍ਹਾਂ ਅਸੀਂ ਮਾਲਕ ਨੂੰ ਨਹੀਂ ਪਾ ਸਕਦੇ। ਇੱਕ ਸ਼ਬਦੀ ਇੱਕ ਉਹ ਲੋਕ ਹਨ ਜਿਹੜੇ ਅਲਾਹ ਕਹਿ ਕੇ ਕਿਸੇ ਤੋਂ ਭੀਖਾ ਮੰਗਦੇ ਹਨ, ਇੱਕ ਸ਼ਬਦ ਨਾਲ ਜੁੜੇ ਹਨ। ਬਹੁ ਰੂਪ ਅਵਧੂਤਾ, ਇੱਕ ਉਹ ਲੋਕ ਹੈ ਅਵਧੂਤ ਸਾਹਦ। ਅਵਧੂਤਾਂ ਦੇ ਬੜੇ ਰੂਪ ਹਨ, ਜਿਨ੍ਹਾਂ ਦਾ ਇਹ ਮਤ ਹੈ ਕਿ ਸਰੀਰ ਕਰਕੇ ਸਰੀਰ ਦੀ ਸੰਭਾਲ ਨਾ ਕਰਨੀ। ਨਗਨ ਰਹਿਣ ਵਾਲੇ ਕੇਵਲ ਇੱਕ ਕੱਪੜਾ ਸਿਰ ਤੇ ਸਰੀਰ ਤੇ ਬੰਨ੍ਹਣ ਵਾਲੇ ਕੁਪੀਨ ਆਦਿ, ਕਈ ਨਗਨ ਰਹਿੰਦੇ ਹਨ ਜਮਾਂ ਹੀ। ਕਈ ਠੰਡ ਤੋਂ ਬਚਣ ਕਰਕੇ ਸੰਕੀਆ ਆਦਿ ਚੀਜ਼ਾਂ ਖਾ ਕੇ ਠੰਡ ਤੋਂ ਬਚਦੇ ਹਨ, ਪਰ ਸਰੀਰ ਤੇ ਕੱਪੜੇ ਨਹੀਂ ਪਾਉਂਦੇ। ਉਹਨਾਂ ਨੂੰ ਅਵਧੂਤ ਕਹਿੰਦੇ ਹਨ। ਇਹਨਾਂ ਦੇ ਵੀ ਬਹੁਤ ਰੂਪ ਹਨ। ਕਾਪੜੀ, ਕੌਤੇ, ਜਗੂਤਾ, ਕਈ ਕੱਪੜਿਆਂ ਦਾ ਭੇਖ ਕਰਦੇ ਆ, ਭਾਵ ਬਹੁਤ ਸਾਰੇ ਕੱਪੜੇ ਪਾਉਂਦੇ ਆ। ਪੈਰਾਂ ਵਿੱਚ ਜਰਾਬਾਂ, ਹੱਥਾਂ ਤੇ ਦਸਤਾਨੇ, ਆਪਣੇ ਸਰੀਰ ਨੂੰ ਪੂਰਾ ਢੱਕ ਕੇ ਰੱਖਦੇ ਆ। ਪਾਤਸ਼ਾਹ ਕਹਿੰਦੇ ਇੱਕ ਨਗਨ ਰਹਿੰਦੇ ਆ, ਇੱਕ ਪੂਰਾ ਸਰੀਰ ਕੱਪੜਿਆਂ ਨਾਲ ਢੱਕ ਲੈਂਦੇ ਨੇ। ਇੱਕ ਕਲੌਤ ਹੁੰਦੇ ਹੈ ਗਾਉਣ ਵਾਲੇ, ਮਰਾਸੀ ਆਦਿ, ਔਰ ਉਹਨਾਂ ਨੂੰ ਇਹ ਮਾਣ ਹੈ ਕਿ ਸਾਡੀ ਆਵਾਜ਼ ਬਹੁਤ ਵਧੀਆ ਹੈ। ਔਰ ਕਲੌਤਾਂ ਦੇ ਬੱਚੇ ਆਪਣੇ ਆਪ ਨੂੰ ਇਸੇ ਵਿੱਚ ਹੀ ਮੁਕਤੀ ਸਮਝਦੇ ਹੈ ਕਿ ਸਾਡੀ ਆਵਾਜ਼ ਜਿਹੜੀ ਗਾਉਣ ਵਾਲੀ ਹੈ ਬੜੀ ਚੰਗੀ ਹੈ, ਸਾਡਾ ਗਲਾ ਬੜਾ ਚੰਗਾ ਹੈ, ਅਸੀਂ ਤਾਂ ਮੁਕਤ ਹਾਂ। ਇਸੇ ਤਰ੍ਹਾਂ ਜਗੂਤਾ ਭਾਵ ਜਗਰਾਤਾ ਕਰਨ ਵਾਲੇ, ਉਹ ਜਗਰਾਤਾ ਕਰਕੇ ਸੋਚਦੇ ਹੈ ਕਿ ਸ਼ਾਇਦ ਸਾਡੀ ਜਗਰਾਤਾ ਕਰਕੇ ਮੁਕਤੀ ਹੋ ਜਾਵੇਗੀ। ਭਾਵ ਪਰਮੇਸ਼ਰ ਨੂੰ ਖੁਸ਼ ਕਰਨ ਦੇ ਦੁਨੀਆ ਵਿੱਚ ਕਿੰਨੇ ਢੰਗ ਦੁਨੀਆ ਨੇ ਬਣਾਏ ਨੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਘਾਲ ਖਾਏ ਕਿਛ ਹੱਥੋਂ ਦੇਹ, ਨਾਨਕ ਰਾਹ ਪਛਾਣੈ ਸੇ। ਦਸਾਂ ਨੌਹਾਂ ਦੀ ਕਿਰਤ ਕਰਕੇ ਖਾਵੇ, ਉਹਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਵੀ ਕਰੇ ਤੇ ਉਹੀ ਰੱਬ ਦੇ ਰਸਤੇ ਨੂੰ ਲੱਭ ਸਕਦਾ ਹੈ। ਦਸਵੇਂ ਪਾਤਸ਼ਾਹ ਜੀ ਵੀ ਇਸੇ ਗੱਲ ਤੇ ਮੋਹਰ ਲਾਉਂਦੇ ਨੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਖਵਾਓਗੇ ਤਾਂ ਜੇ ਪ੍ਰੇਮ ਹੋਊਗਾ ਤਾਂ, ਕਹੋ ਸਤਨਾਮ ਸ੍ਰੀ। ਭਾਵ ਪ੍ਰੇਮ ਦੀ ਖੇਡ ਹੈ। ਕਰਮਕਾਂਡ ਰੀਤੀ ਰਿਵਾਜ ਭਾਵੇਂ ਦੁਨੀਆ ਵਿੱਚ ਬੜੇ ਚੱਲ ਰਹੇ ਨੇ, ਪਰ ਇਹ ਪ੍ਰੇਮ ਦੀ ਖੇਡ ਹੈ। ਕਈ ਲੋਕਾਂ ਨੇ ਲਗਾਤਾਰ ਜਾਗਣਾ ਇਸੇ ਨੂੰ ਹੀ ਮੁਕਤੀ ਦਾ ਰਾਜ ਸਮਝਿਆ ਕਿ ਸ਼ਾਇਦ ਮੈਂ ਜਗਰਾਤੇ ਕਰਕੇ, ਰਾਤਾਂ ਨੂੰ ਜਾਗ ਕੇ, ਦਿਨ ਰਾਤ ਲੰਮਾ ਸਮਾਂ ਜਾਗ ਕੇ ਰੱਬ ਨੂੰ ਪਾ ਲਵਾਂਗਾ। ਅਸਲੀਅਤ ਇਹ ਹੈ ਕਿ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਗੱਲ ਨਹੀਂ ਬਣਦੀ। ਇੱਕ ਤੀਰਥ ਨਹਾਤਾ, ਇੱਕ ਤੀਰਥਾਂ ਤੇ ਨਹਾ ਕਰਕੇ ਸੋਚਦੇ ਹੈ ਕਿ ਅਸੀਂ ਪਵਿੱਤਰ ਹੋ ਗਏ, ਤਾਂ ਭਾਈ ਗੁਰਦਾਸ ਜੀ ਕਹਿੰਦੇ, ਜਿਉ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ ਨਹਾਤੀਆਂ ਹੀ ਮਿਲਦਾ ਤੇ ਫਿਰ ਡੱਡੂਆਂ ਨੂੰ, ਮੱਛੀਆਂ ਨੂੰ ਮਿਲ ਜਾਂਦਾ। ਕੋਈ ਸਤਨਾਮ ਲਗਾਤਾਰ ਹੀ ਪਾਣੀ ਵਿੱਚ ਰਹਿੰਦੇ ਹੈ। ਜੇ ਰੱਬ ਮਿਲਦਾ ਜੰਗਲ ਜਾਇਆ, ਮਿਲਦਾ ਮਿਰਗਾਂ ਵੱਛੀਆਂ। ਬੁੱਲੇ ਸ਼ਾਹ ਕਹਿੰਦਾ, ਜੇ ਜੰਗਲਾਂ ਵਿੱਚ ਬੈਠ ਕੇ ਰੱਬ ਮਿਲਦਾ ਤੇ ਮਿਰਗ, ਵੱਛੀਆਂ, ਜੰਗਲੀ ਜਾਨਵਰ ਜੰਗਲਾਂ 'ਚ ਹੀ ਰਹਿੰਦੇ ਆ ਦਿਨ ਰਾਤ, ਉਹਨਾਂ ਨੂੰ ਲੱਭ ਜਾਂਦਾ। ਜੇ ਰੱਬ ਮਿਲਦਾ ਨਹਾਤੀਆਂ ਧੋਤੀਆਂ, ਮਿਲਦਾ ਡੱਡੂਆਂ ਮੱਛੀਆਂ। ਬੁੱਲੇ ਸ਼ਾਹ, ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ। ਜੀਵਨ ਦਾ ਆਚਰਣ ਵੀ ਚੰਗਾ ਹੋਣਾ ਚਾਹੀਦਾ, ਭਗਤੀ ਵੀ ਹੋਣੀ ਚਾਹੀਦੀ ਹੈ। ਇੱਕ ਤੀਰਥਾਂ ਦੇ ਨਹਾ ਕੇ, ਨਹਾਉਣ ਦੇ ਨਾਲ ਹੀ ਸੋਚਦੇ ਨੇ ਕਿ ਸਾਡੀ ਮੁਕਤੀ ਹੋ ਜਾਵੇਗੀ, ਪਰ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਵੀ ਮੁਸ਼ਕਿਲ ਹੈ, ਕਿਉਂਕਿ ਤੀਰਥਾਂ 'ਤੇ ਜਾ ਕੇ ਫਿਰ ਹੰਕਾਰ ਹੋ ਗਿਆ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾਉ ਚੜ੍ਹੀ ਸਹੋਰ। ਇਹ ਸੋਚਦੇ ਆ ਸ਼ਾਇਦ ਅਸੀਂ ਰੱਬ ਨੂੰ ਪਾ ਲਵਾਂਗੇ ਤੀਰਥਾਂ 'ਤੇ ਨਹਾ ਕੇ। ਨਿਰਾਹਾਰ ਵਰਤੀ ਅਪਰਸਾ, ਇੱਕ ਉਹ ਲੋਕ ਹੈ ਜਿਹੜੇ ਕੁਝ ਖਾਂਦੇ ਨਹੀਂ। ਨਿਰਾਹਾਰ ਭਾਵ ਕੁਝ ਖਾਂਦੇ ਨਹੀਂ, ਜਿਹੜੇ ਵਰਤ ਰੱਖਣੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜੇ ਵਰਤ ਰੱਖਣੇ ਹੈ ਤੇ ਵਿਸ਼ੇ ਵਿਕਾਰਾਂ ਤੋਂ ਰੱਖੋ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਵਰਤ ਰੱਖਿਆਂ ਵੀ ਰੱਬ ਨਹੀਂ ਮਿਲਦਾ ਗਾ। ਇਹ ਦੁਨੀਆ ਦਾ ਖਿਆਲ ਹੈ ਕਿ ਸ਼ਾਇਦ ਕੁਝ ਖਾਈਏ ਨਾ, ਸ਼ਾਇਦ ਫਿਰ ਰੱਬ ਮਿਲ ਜਾਵੇ। ਇਸ ਤਰ੍ਹਾਂ ਵੀ ਨਹੀਂ ਮਿਲਦਾ। ਨਿਰਾਹਾਰ ਵਰਤੀ 24 ਵਰਤ ਰੱਖਣੇ ਲਗਾਤਾਰ ਲੰਮਾ ਸਮਾਂ ਬਾਨਪ੍ਰਸਤੀ ਉਜਾੜਾ ਵਿੱਚ ਰਹਿੰਦੇ ਹਨ ਕਿ ਸਾਡੇ ਤੇ ਕਿਸੇ ਦਾ ਪਰਛਾਵਾਂ ਨਾ ਪਵੇ। ਅਪਰਸਾ, ਕਿਸੇ ਨੂੰ ਪਰਸਦੇ ਨਹੀਂ, ਕਿਸੇ ਦੇ ਨੇੜੇ ਨਹੀਂ ਜਾਂਦੇ, ਕਰਮਕਾਂਡ ਕਰਦੇ ਹੈ। ਅਸੀਂ ਕਿਸੇ ਨੂੰ ਹੱਥ ਨਹੀਂ ਲਾਉਣਾ, ਕਿਸੇ ਦਾ ਹੱਥ ਨਹੀਂ ਲੱਗਣ ਦੇਣਾ, ਕਿਸੇ ਦਾ ਪਰਛਾਵਾਂ ਨਹੀਂ ਪੈਣ ਦੇਣਾ, ਕਿਸੇ ਨੂੰ ਪਰਸਦੇ ਨਹੀਂ। ਉਹ ਸੋਚਦੇ ਆ ਸ਼ਾਇਦ ਅਸੀਂ ਇਸ ਢੰਗ ਨਾਲ ਹੀ ਰੱਬ ਨੂੰ ਪਾ ਲਵਾਂਗੇ। ਇਸ ਤਰ੍ਹਾਂ ਗੁਰੂ ਪਿਆਰਿਓ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸ ਰਹੇ ਹਨ ਕਿ ਸਿੱਖੋ, ਦੁਨੀਆ ਵਿੱਚ ਪਰਮੇਸ਼ਰ ਨੂੰ ਪਾਉਣ ਦੀਆਂ ਬੜੀਆਂ ਜੁਗਤੀਆਂ ਵਰਤੀਆਂ ਜਾ ਰਹੀਆਂ, ਪਰ ਪਤਾ ਨਹੀਂ ਕਿਹੜੀ ਜੁਗਤੀ ਨਾਲੋਂ ਮਿਲਦਾ ਹੈ। ਜਾਣੋ ਨਾਹੀ ਭਾਵੈ ਕਵਨ ਬਾਤਾ, ਪਤਾ ਨਹੀਂ ਕਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਤੇ ਉਹ ਖੁਸ਼ ਹੋ ਜਾਵੇ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦੀ ਸੇਵਾ ਦੇ ਉੱਤੇ ਸਤਿਗੁਰੂ ਅਮਰਦਾਸ ਜੀ ਖੁਸ਼ ਹੋ ਗਏ ਤੇ ਉਹਨਾਂ ਨੂੰ ਆਪਣਾ ਰੂਪ ਬਣਾ ਦਿੱਤਾ।
इस करके उस परिपूर्ण परमेश्वर परमात्मा का पता नहीं किहड़ी गल ते वो खुश हुंदा है। गुरु अर्जन देव जी कहन लगे उसके घर नूं जाण वाला जिहड़ा रस्ता है वो मन राही जांदा है। भाव कुछ भी करो मन करके करो, मन राही करांगे तो वो गल पूरी हो जानी है। जे तुहाडा मन ही उत्थे नहीं तो वो कोई भी गल है, कोई भी काम है, अधूरा है। पातशाह जी कहते एक वर्त रखते हैं, अपरसा एक वो है जिहड़े किसी नूं मिलना नहीं चाहुंदे, एक लूक न देवै दरसा, एक ऐसे भी है जिहड़े भोरियां विच गुफावां विच वड़ के रहिंदे आ, छिप के रहिंदे आ, किसी नूं दर्शन नहीं देना चाहुंदे। मगरों पूजा करवाउण वेले बाहर बैठ जाते हैं, जिवें कि सौ सुहागण वो भी ऐसा ही पखंड रचदा सी जिस दे पखंड दे पाज नूं साहिब श्री गुरु नानक देव जी ने भन्निया। यात्रा दौरान धन धन श्री गुरु नानक देव जी महाराज उदासियां दौरान एक नगर विच पहुंचे। एक थां मेला लग रहा सी, लोग इकट्ठे हो रहे सी ते पातशाह जी किसी नूं पुछदे भी इत्थे की प्रोग्राम आ, तो दस्सण वाला दसदा है कि इत्थे ना साडे एक सौ सुहागण नाम दा फकीर आ, वो कहना दूज दे चंद्रमा वाले दिन रात नूं मैनूं शौह मिलदा कि ओह लाल रंग दे इस्त्रियां वाले कपड़े पा के, सुहागणा वाले कपड़े पा के एक कमरे विच रह जांदा है, बैठ जांदा है, उहनूं किसी नूं दर्शन नहीं दिंदा। ते अज दूज है ते अज उस नूं कहंदे शौह ने मिलना। ते धन धन श्री गुरु नानक देव जी कहंदे मरदाने फिर तां आपां भी शौह नूं मिल गए यार, चल चलीए। ते जिस वेले गुरु प्यारिओ उस मेले विच धन गुरु नानक देव जी पहुंचे ते जिस कमरे दे विचों सी उस कमरे वाल मिलण वास्ते जदों गए ते अगे दो पहरेदार खड़े। वो कहन लगे बाबा तू अंदर नहीं जा सकदा, तू बाहर चल। वो कहन लगे जब असी सौ सुहागण नूं मिलना है, उस बंदे ने अपना नाम ही सौ सुहागण रख लिया सी। सौ हुंदा पति, सुहागण हुंदी है इस्त्री। वो कहंदे नहीं नहीं अज वो किसी नूं दर्शन नहीं दिंदा, एक लोक न देवै दरसा, वो किसी नूं अज दर्शन नहीं दिंदा, अज उस नूं सौ ने दर्शन देने आ। जो बाबा जी नूं अंदर ना जान दिता तो भाई मरदाने नूं कहन लगे चल मरदाने इत्थे कुछ नहीं। उथों बाहर निकले, थोड़ी दूरी चल के बैठ गए ते थोड़े चिर बाद ऐसी कला वरताई, उत्थे लड़ाई हो गई लोकां दे विच, मेले दे विच। उस कमरे दे बाहर च बड़ा चढ़ावा चढ़िया होया सी, कपड़ियां दा, वस्त्रां दा, प्रशादां दा, खीर शक्कर आदि बहुत कुछ, पैसे बड़े चढ़े हुए सन। उत्थे पहरेदार खड़े सन दो। तां जिस वेले लड़ाई हुई ना, वो बंदे लड़दे लड़दे उसदे कमरे वाल आ गए, जिथे कमरे दा गेट सी। और लड़ते लड़ते वो कमरे दे विच वड़ गए, डिग पिया एक बंदा, दूजे मगरे वड़ गए। अंदर जाके की वेखदे है कि अंदर एक इस्त्री नहीं, इक्को जे कपड़ियां वालियां दो इस्त्रियां। एक तो वो जिहड़ा पखंडी सीगा, जिहड़ा सौ सुहागण कहाउंदा सी, ते एक होर अंदर इस्त्री, दोनों दे कपड़े इक्को जे पाए हुए। भाव इसने पखंड बनाया होया सी कि मैनू रब मिलण आउंदा है अज दे दिन। ते जद उसनूं इस तरह किसी इस्त्री दे नाल देखिया ते फिर वो लोग अपनी लड़ाई तां भुल गए, उस साध नूं फड़ लिया ते बाहर कढ़ लिआंदा पखंडी नूं।
ਉਹਦਾ ਪਾਜ ਉਗੜ ਗਿਆ, ਭੇਤ ਖੁੱਲ੍ਹ ਗਿਆ ਵੀ ਇਹਨੂੰ ਕੋਈ ਸ਼ੌਹ ਨਹੀਂ ਮਿਲਦਾ, ਇਹ ਤਾਂ ਆਪ ਹੀ ਸ਼ੌਹ ਬਣਿਆ ਫਿਰਦਾ ਸੀ। ਔਰ ਪਿੰਡ ਵਾਲਿਆਂ ਨੇ ਸਾਰਾ ਸਮਾਨ ਉਹਦਾ ਲੁੱਟ ਲਿਆ ਤੇ ਉਸ ਨੂੰ ਪਿੰਡ ਚੋਂ ਕੱਢ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਕੁਝ ਦਿਨ ਉੱਥੇ ਰਹੇ ਤੇ ਕਹਿੰਦੇ ਪਿੰਡ ਦੇ ਵਿੱਚ ਇੱਕ ਕੋਹੜੀ ਮਨੁੱਖ ਰਹਿੰਦਾ ਸੀ ਜੋ ਮੰਗ ਕੇ ਰੋਟੀ ਖਾਂਦਾ ਸੀ। ਹੱਥ ਪੈਰ ਵਿੰਗੇ ਹੋਏ ਹੋਏ ਸਨ ਉਸ ਦੇ, ਤੇ ਕਿਤੇ ਮੰਗਦਾ ਮੰਗਦਾ ਬਾਹਰ ਫਿਰਨੀ ਤੇ ਬੈਠੇ ਬਾਬੇ ਨਾਨਕ ਨੂੰ ਮਿਲ ਗਿਆ। ਉਹਨਾਂ ਨਮਸਕਾਰ ਕੀਤੀ। ਪਾਤਸ਼ਾਹ ਜੀ ਨੇ ਖੁਸ਼ੀ ਵਿੱਚ ਆਏ ਤੇ ਉਸ ਕੋਹੜੀ ਨੂੰ ਠੀਕ ਕਰ ਦਿੱਤਾ। ਉਹ ਕਹਿੰਦਾ ਮਹਾਰਾਜ ਆ ਤਾਂ ਬੜੀ ਕਿਰਪਾ ਕਰ ਦਿੱਤੀ ਹੈ, ਮੈਂ ਠੀਕ ਹੋ ਗਿਆ। ਤੁਸੀਂ ਕੌਣ ਮਹਾਰਾਜ? ਬਾਬਾ ਜੀ ਕਹਿੰਦੇ ਮੈਂ ਸ਼ੌਹ ਸੁਹਾਗਣ। ਜੇ ਕੋਈ ਤੈਨੂੰ ਪੁੱਛੇ ਕਿ ਤੈਨੂੰ ਠੀਕ ਕਿਹਨੇ ਕੀਤਾ ਤਾਂ ਕਹਿੰਦੀ ਮੈਨੂੰ ਸ਼ੌਹ ਸੁਹਾਗਣ ਨੇ ਠੀਕ ਕੀਤਾ। ਹੁਣ ਜੇ ਸ਼ੌਹ ਸੁਹਾਗਣ ਦਾ ਭੇਦ ਖੋਲ੍ਹਿਆ ਸੀਗਾ ਕਿ ਇੰਨਾ ਮਾੜਾ ਬੰਦਾ ਇਹ ਕੰਮ ਕਰਦਾ ਹੈ, ਤੇ ਹੁਣ ਉਸੇ ਨੂੰ ਵਡਿਆਈ ਵੀ ਦੇਣੀ ਆ। ਇਸ ਕਰਕੇ ਇਹ ਕੋਹੜੀ ਜਿਹੜਾ ਹੁਣ ਚੰਗਾ ਭਲਾ ਹੋ ਗਿਆ, ਜਦ ਪਿੰਡ ਵਿੱਚ ਗਿਆ ਤੇ ਲੋਕ ਪੁੱਛਦੇ ਹੋ ਤੂੰ ਠੀਕ ਕਿਵੇਂ ਹੋ ਗਿਆ? ਉਹ ਕਹਿੰਦਾ ਮੈਨੂੰ ਸ਼ੌਹ ਸੁਹਾਗਣ ਨੇ ਠੀਕ ਕੀਤਾ। ਸ਼ੌਹ ਸੁਹਾਗਣ ਨੇ? ਉਹ ਤਾਂ ਪਖੰਡੀ ਸਾਧ ਸੀਗਾ। ਕਹਿੰਦੇ ਨਹੀਂ, ਪਖੰਡੀ ਤਾਂ ਨਹੀਂ ਹੈਗਾ ਉਹ। ਫਿਰ ਪਿੰਡ ਵਾਲਿਆਂ ਦੇ ਹਿਸਾਬ ਨਾਲ ਉਸੇ ਨੇ ਠੀਕ ਕੀਤਾ ਜਿਹੜਾ ਪਖੰਡੀ ਉਹਨਾਂ ਨੇ ਪਿੰਡ ਚੋਂ ਕੱਢਿਆ। ਅਸਲ ਵਿੱਚ ਠੀਕ ਇਹਨੂੰ ਬਾਬੇ ਨਾਨਕ ਨੇ ਕਰਤਾ ਸੀ ਤੇ ਨੌ ਸ਼ੌਹ ਸੁਹਾਗਣ ਦੇ ਲਾਤਾ। ਫਿਰ ਪਿੰਡ ਵਾਲੇ ਉਹ ਸਾਧ ਨੂੰ ਲੱਭ ਕੇ ਦੁਬਾਰਾ ਪਿੰਡ 'ਚ ਲੈ ਕੇ ਆਉਂਦੇ ਆ ਵੀ ਸਾਥੋਂ ਗਲਤੀ ਹੋ ਗਈ ਯਾਰ, ਤੂੰ ਤਾਂ ਬੜੀ ਤਾਕਤ ਰੱਖਦਾ ਹੈ। ਅਸਲ ਵਿੱਚ ਤਾਕਤ ਬਾਬੇ ਨਾਨਕ ਨੇ ਆਪਣੀ ਵਰਤਾਈ ਸੀ ਉਹਨੂੰ ਦੁਬਾਰਾ ਸਿੱਧੇ ਰਸਤੇ ਪਾਉਣ ਵਾਸਤੇ। ਉਹ ਆਇਆ ਪਿੰਡ ਵਿੱਚ, ਉਸ ਕੋਹੜੀ ਨੂੰ ਪੁੱਛਦਾ ਵੀ ਕਿਹੜੇ ਸ਼ੌਹ ਸੁਹਾਗਣ ਨੇ ਠੀਕ ਕੀਤਾ? ਕਹਿੰਦੇ ਉਹ ਬਾਹਰ ਬੈਠੇ ਆ। ਜਦੋਂ ਇਹ ਫਕੀਰ ਉੱਥੇ ਗਿਆ ਬਾਬੇ ਨਾਨਕ ਜੀ ਦੇ ਕੋਲ, ਫਿਰ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਕਿ ਠੀਕ ਤਾਂ ਇਹਨਾਂ ਨੇ ਕੀਤਾ ਹੈ। ਤੇ ਉਸ ਵੇਲੇ ਫਿਰ ਉਹ ਪੈਰੀ ਪੈ ਗਿਆ। ਪਾਤਸ਼ਾਹ ਕਹਿਣ ਲੱਗੇ ਧਰਮ ਦੇ ਨਾਮ 'ਤੇ ਪਖੰਡ ਨਹੀਂ ਕਰੀਦਾ ਹੁੰਦਾ। ਮੈਂ ਤੈਨੂੰ ਮਿਲਣ ਵਾਸਤੇ ਗਿਆ ਸੀਗਾ ਤੇ ਤੇਰੇ ਬੰਦਿਆਂ ਨੇ ਮੈਨੂੰ ਮਿਲਣ ਨਹੀਂ ਦਿੱਤਾ, ਤੇ ਪਰਮੇਸ਼ਰ ਨੇ ਐਸੀ ਕਲਾ ਵਰਤਾ ਦਿੱਤੀ ਹੈ। ਫਿਰ ਉਹ ਮਾਫੀਆਂ ਮੰਗਦਾ, ਮਹਾਰਾਜ ਗਲਤੀ ਹੋ ਗਈ। ਫਿਰ ਪਾਤਸ਼ਾਹ ਨੇ ਉਸ ਨੂੰ ਉਸ ਇਲਾਕੇ ਦਾ ਪ੍ਰਚਾਰਕ ਬਣਾਇਆ। ਕਹਿੰਦੇ ਚੱਲ ਤੈਨੂੰ ਵਡਿਆਈ ਦਿੰਨੇ ਆ, ਤੂੰ ਉਸੇ ਡੇਰੇ 'ਚ ਬੈਠ ਕੇ ਸਿੱਖੀ ਦਾ ਪ੍ਰਚਾਰ ਕਰ। ਉਹਨੂੰ ਸਿੱਧੇ ਰਸਤੇ ਪਾਇਆ, ਗਿਆਨ ਦਿੱਤਾ। ਤੇ ਉਸ ਦਿਨ ਤੋਂ ਬਾਅਦ ਉਹ ਪ੍ਰਚਾਰ ਸਿੱਖੀ ਦਾ ਕਰਨ ਲੱਗੇ ਆ। ਉਹਨੂੰ ਅਸਲੀ ਸ਼ੌਹ ਦਾ ਗਿਆਨ ਕਰਾਇਆ ਕਿ ਸ਼ੌਹ ਪਰਮੇਸ਼ਰ ਹੈ, ਅਸਲ ਵਿੱਚ ਉਹ ਕਿਵੇਂ ਮਿਲਦਾ। ਨਿਰਾਹਾਰ ਵਰਤੀਆ ਪਰਸਾ, ਇੱਕ ਲੋਕ ਨ ਦੇਵੈ ਦਰਸਾ, ਇੱਕ ਮਨ ਹੀ ਗਿਆਤਾ। ਇਸ ਤਰ੍ਹਾਂ ਦੁਨੀਆ ਦੇ ਵਿੱਚ ਐਸੇ ਲੋਕ ਹਨ, ਇੱਕ ਆਪਣੇ ਹੀ ਮਨ ਵਿੱਚ ਗਿਆਨਵਾਨ ਬਣੇ ਫਿਰਦੇ ਆ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ। ਮਨ ਹੀ ਭਾਵ ਆਪਣੀ ਮਰਜ਼ੀ ਦੇ ਨਾਲ ਹੀ ਬਣੇ ਫਿਰਦੇ ਆ ਕਿ ਅਸੀਂ ਸਾਰੀ ਕਥਾ ਦੇ ਸਿਧਾਂਤ ਨੂੰ ਸਮਝ ਲਿਆ, ਵੇਦਾਂ ਗ੍ਰੰਥਾਂ ਨੂੰ ਸਮਝ ਲਿਆ, ਅਸੀਂ ਵੱਡੇ ਗਿਆਨੀ ਹਾਂ। ਇੱਕ ਮਨ ਹੀ ਗਿਆਤਾ, ਮਨ ਕਰਕੇ ਗਿਆਨੀ ਬਣੇ ਫਿਰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਘਾਟ ਨਾ ਕਿਨੀ ਕਹਾਇਆ, ਤੇ ਕੋਈ ਵੀ ਇਹ ਨਹੀਂ ਕਹਿੰਦਾ ਕਿ ਮੈਂ ਘੱਟ ਹਾਂ। ਸਾਰੇ ਆਪਣੇ ਆਪ ਨੂੰ ਪੂਰਾ ਸਮਝਦੇ ਹਨ। ਸਾਰੇ ਕਹਿੰਦੇ ਹਨ ਕਿ ਸਾਡਾ ਹੀ ਜਿਹੜਾ ਕਰਮ ਹੈ ਉਹ ਸਹੀ ਹੈ। ਲੜਾਈਆਂ ਇਸੇ ਕਰਕੇ ਹੋਈ ਜਾਂਦੀਆਂ। ਸਿੱਖ ਮਤ ਦੇ ਆਉਣ ਤੋਂ ਪਹਿਲਾਂ ਦੇਸ਼ ਵਿੱਚ ਦੋ ਮਤ ਚੱਲਦੇ ਸਨ, ਹਿੰਦੂਆਂ ਦਾ ਤੇ ਮੁਸਲਮਾਨਾਂ ਦਾ। ਮੁਸਲਮਾਨ ਉਹਨਾਂ ਨੂੰ ਕਾਫਰ ਕਹਿੰਦੇ ਸਨ ਤੇ ਹਿੰਦੂ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਸਨ। ਦੋਨਾਂ ਦੀ ਲੜਾਈ ਬੜੀ ਚੱਲਦੀ ਸੀ, ਹਜੇ ਤੱਕ ਚੱਲ ਰਹੀ ਹੈ। ਆ ਬਾਬਰੀ ਮਸਜਿਦ ਦਾ ਰੌਲਾ ਚੱਲਿਆ। ਹਿੰਦੂ ਕਹਿੰਦੇ ਸਾਡਾ ਇੱਥੇ ਮੰਦਿਰ ਸੀ, ਮੁਸਲਮਾਨ ਕਹਿੰਦੇ ਸਾਡੀ ਬਾਬਰੀ ਮਸਜਿਦ ਹੈ ਇੱਥੇ। ਇਸ ਤਰ੍ਹਾਂ ਗੁਰੂ ਪਿਆਰਿਓ ਚੱਲਦੇ ਚੱਲਦੇ
ਇਹ ਰੌਲਾ ਬਹੁਤ ਲੰਬਾ ਸਮਾਂ ਚੱਲਿਆ, ਲੜਾਈਆਂ ਚੱਲੀਆਂ, ਕਦੇ ਉਹਨਾਂ ਨੇ ਉਹਨਾਂ ਨੂੰ ਮਾਰ ਦੇਣਾ, ਕਦੇ ਉਹਨਾਂ ਨੇ ਉਹਨਾਂ ਨੂੰ ਮਾਰ ਦੇਣਾ। ਧਰਤੀ ਦੇ ਉੱਤੇ ਜ਼ੁਲਮ ਵੱਧ ਗਿਆ ਤੇ ਫਿਰ ਅਕਾਲ ਪੁਰਖ ਨੇ ਗੁਰੂ ਨਾਨਕ ਦਾ ਰੂਪ ਧਾਰ ਕੇ ਆਉਣਾ ਕੀਤਾ ਔਰ ਇਹਨਾਂ ਦੋਹਾਂ ਧਿਰਾਂ ਨੂੰ ਸਮਝਾਉਣਾ ਕੀਤਾ, ਗਿਆਨ ਦੇਣਾ ਕੀਤਾ ਜਗ੍ਹਾ ਜਗ੍ਹਾ ਤੇ ਜਾ ਕੇ। ਤੇ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮੱਕੇ ਨੂੰ ਜਾਂਦੇ ਹੋਏ ਸੱਖਰ ਭੱਖਰ ਦੀ ਜਗ੍ਹਾ ਤੇ ਪਹੁੰਚੇ ਹਨ, ਬੰਦਰਗਾਹ ਤੇ ਪਹੁੰਚੇ ਆ ਜਿੱਥੋਂ ਸਮੁੰਦਰੀ ਜਹਾਜ਼ ਜਾਂਦੇ ਹਨ ਮੱਕੇ ਵੱਲ ਨੂੰ, ਤੇ ਉੱਥੇ ਕੁਝ ਮੁਸਲਮਾਨ ਪੀਰ ਬੈਠੇ ਨੂੰ ਪੁੱਛਦੇ ਐ ਕਿ ਦੱਸੋ ਸਾਨੂੰ ਚੰਗਾ ਕਿਹੜਾ ਧਰਮ ਹੈ। ਜਾਣੋ ਨਾਹੀ ਭਾਵੈ ਕਵਣ ਬਾਤਾ, ਕਿਹੜਾ ਧਰਮ ਚੰਗਾ ਹੈ। ਪੁੱਛਣ ਫੋਲ ਕਿਤਾਬ ਨੂੰ, ਭਾਈ ਗੁਰਦਾਸ ਜੀ ਦੇ ਮੁਤਾਬਕ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਹਿੰਦੂ ਵੱਡਾ ਕਿ ਮੁਸਲਮਾਨ ਵੱਡਾ, ਤੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਹੀ। ਚੰਗੇ ਕੰਮ ਕਰਨ ਤੋਂ ਬਗੈਰ ਦੋਨੇ ਰੋਂਦੇ ਜਾਂਦੇ ਆ। ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਮੈਂ ਪਾਲਿਆ, ਉਹ ਕਹਿੰਦਾ ਮੈਂ ਪਾਲਿਆ। ਬਲਕਿ ਸਤਿਗੁਰ ਪਾਤਸ਼ਾਹ ਕਹਿੰਦੇ ਜਿਨ ਹਰ ਪਾਇਆ ਤਿਨੇ ਛੁਪਾਇਆ, ਜਿਨ੍ਹਾਂ ਨੇ ਪਾਲਿਆ ਉਹ ਰੌਲਾ ਨਹੀਂ ਪਾਉਂਦੇ, ਉਹ ਗੁਪਤ ਰੱਖਦੇ ਆ। ਜਿਹੜੇ ਰੌਲਾ ਪਾਉਂਦੇ ਆ ਉਹਨਾਂ ਨੇ ਹਜੇ ਪਾਇਆ ਹੀ ਨਹੀਂ ਗਾ। ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਅਸੀਂ ਪਾ ਲਿਆ ਹੈ। ਜਿਸ ਮੇਲੇ ਸੋ ਭਗਤਾ, ਪਰ ਜਿਸ ਨੂੰ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ, ਅਸਲ ਵਿੱਚ ਉਹ ਹੀ ਵੱਡਾ ਭਗਤ ਹੈ, ਉਹ ਹੀ ਪਰਮੇਸ਼ਰ ਨੂੰ ਪਾ ਚੁੱਕੇ। ਇਸੇ ਵਿਸ਼ੇ ਤੇ ਭਗਤ ਨਾਮਦੇਵ ਜੀ ਵੀ ਕਹਿੰਦੇ ਨੇ, ਕੋਈ ਬੋਲੇ ਨਿਰਭਾ, ਕੋਈ ਬੋਲੇ ਦੂਰ, ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਰੱਬ ਦੂਰ ਹੈ। ਔਰ ਇਹ ਦੋਨੇ ਜਣੇ ਐਡੇ ਐਡੇ ਗੱਪ ਮਾਰਦੇ ਆ, ਬਹੁਤ ਵੱਡੇ ਗੱਪ ਮਾਰਦੇ ਆ, ਜਿਵੇਂ ਜਲ ਕੀ ਮਾਛਲੀ ਚਰੇ ਖੰਜੂਰ, ਜਿਵੇਂ ਜਲਦੀ ਮੱਛੀ ਖੰਜੂਰ ਤੇ ਚੜਨ ਦੇ ਬਾਰੇ ਕੋਈ ਕਹੇ। ਕਾਹੇ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਜਿਨ੍ਹਾਂ ਨੇ ਉਸ ਨੂੰ ਪਾ ਲਿਆ ਉਹਨਾਂ ਨੇ ਤਾਂ ਲੁਕੋ ਲਿਆ, ਛਪਾ ਲਿਆ ਆਪਣੇ ਅੰਦਰ, ਉਹ ਰੌਲਾ ਨਹੀਂ ਪਾਉਂਦੇ। ਸਭ ਕਹਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾਂ, ਜਿਨ੍ਹਾਂ ਨੂੰ ਪਰਮੇਸ਼ਰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੇ, ਉਹੀ ਅਸਲੀ ਭਗਤ ਹੈ ਭਾਈ। ਸਗਲ ਉਕਤੀ ਉਪਾਵਾ, ਭਾਵੇਂ ਕਥਨ ਕਰਕੇ ਅਸੀਂ ਕਿਤਨੀਆਂ ਜੁਗਤੀਆਂ ਦੀ ਪਿੱਛੇ ਗੱਲ ਕੀਤੀ, ਜੁਗਤੀਆਂ ਸਾਧਨਾ ਉਪਾਵਾਂ ਦੇ ਯਤਨ ਹਨ, ਇਹ ਸਭ ਚਤੁਰਾਈਆਂ ਹਨ, ਚਲਾਕੀਆਂ ਹਨ। ਮੈਂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਮੈਂ ਕਰ ਲਈ, ਤਿਆਗੀ ਸ਼ਰਨ ਪਾਵਾ। ਪਰ ਜਿਨ੍ਹਾਂ ਨੇ ਵਿਕਾਰਾਂ ਨੂੰ ਤਿਆਗਿਆ, ਮਾਇਆ ਦੇ ਮੋਹ ਚੋਂ ਉੱਠਣਾ ਕੀਤਾ ਉੱਚਾ, ਜਿਨ੍ਹਾਂ ਨੇ ਹੰਕਾਰ ਨੂੰ ਤਿਆਗਿਆ, ਨਿਰਵਿਕਾਰ ਹੋ ਗਏ, ਉਹ ਹੀ ਬ੍ਰਹਮ ਨੇਸ਼ਟੀ ਹੋ ਗਏ, ਬ੍ਰਹਮ ਸਰੋਤਰੀ ਹੋ ਗਏ, ਬ੍ਰਹਮ ਸਰੂਪ ਹੋ ਗਏ। ਸੱਚੇ ਪਾਤਸ਼ਾਹ ਐਸੇ ਗੁਰੂ ਦੀ ਸ਼ਰਨ ਪਾਵਾਂ, ਮੈਨੂੰ ਵੀ ਉਹਨਾਂ ਦੇ ਨਾਲ ਮਿਲਾਉਣਾ ਕਰੋ ਜੋ ਬ੍ਰਹਮ ਨੇਸ਼ਟੀ ਹੋ ਗਏ, ਜਿਹੜੇ ਬ੍ਰਹਮ ਰੂਪ ਹੋ ਗਏ ਮਹਾਰਾਜ। ਸਹੀ ਪਿਆਰਿਆ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪਰਾਤਾ। ਇੱਥੇ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਹਨ ਕਿ ਇਹ ਨਾਨਕ ਵੀ ਉਹਨਾਂ ਦੇ ਚਰਨੀ ਪੈਂਦਾ ਹੈ। ਚਰਨ ਪਰਾਤਾ ਭਾਵ ਉਹਨਾਂ ਦੇ ਚਰਨਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਉਹਨਾਂ ਦੇ ਕੋਲੋਂ ਹੀ ਸਾਨੂੰ ਪਰਮੇਸ਼ਰ ਦੇ ਮਿਲਣ ਦਾ ਸਹੀ ਢੰਗ ਪਤਾ ਲੱਗ ਸਕਦਾ ਹੈ। ਵੈਸੇ ਪਤਾ ਕਿਸੇ ਨੂੰ ਨਹੀਂ। ਜਾਣੋ ਨਾਹੀ ਭਾਵੈ ਕਵਣ ਬਾਤਾ, ਕਿਸੇ ਨੂੰ ਨਹੀਂ ਪਤਾ ਉਹ ਕਿਵੇਂ ਭਾਉਂਦਾ, ਕਿਵੇਂ ਚੰਗਾ ਲੱਗ ਜਾਂਦਾ ਹੈ,
ਕਿਵੇਂ ਅਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਅਖੀਰ ਤੇ ਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਗੁਰੂ ਦੇ ਚਰਨਾਂ ਰਾਹੀਂ ਮਿਲ ਸਕਦਾ ਹੈ। ਗੁਰੂ ਨੂੰ ਮਿਲੋ, ਗੁਰੂ ਦੇ ਰਾਹੀਂ ਉਸ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ। ਅਗਲਾ ਸ਼ਬਦ ਜੋ ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।